Dear students, welcome back to the session of class 8th math subject. Students, today we will cover our next exercise number 7.3 from chapter comparing quantities. So students, previous video lecture ਦੇ ਵਿੱਚ ਅਸੀਂ ਕਟੌਤੀ ਯਾਨੀ ਕਿ ਡਿਸਕਾਊਂਟ ਤੇ ਡਿਸਕਾਊਂਟ ਦੀ ਪਰਸੈਂਟੇਜ ਨਾਲ ਰਿਲੇਟਡ ਸਵਾਲ ਕੱਢੇ ਸੀ। अगर ਤੁਹਾਨੂੰ ਉਹ ਸਮ ਆ ਗਏ ਨੇ ਤੇ ਬੱਚੋ ਇਹ ਵੀ ਐਕਸਰਸਾਈਜ਼ ਤੁਹਾਡੀ ਬਹੁਤ ਈਜ਼ੀ ਹੋਏਗੀ, ਪਰ ਇਸ ਲਈ ਤੁਹਾਨੂੰ ਇੱਕ ਹੋਰ ਟੌਪਿਕ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਜੋ ਕਿ ਤੁਸੀਂ 6th ਕਲਾਸ ਵਿੱਚ ਪੜ੍ਹਿਆ ਸੀ। ਇਸ ਟੌਪਿਕ ਦਾ ਨਾਮ ਹੈ ਬੱਚੋ ਨਿਕਟੀਕਰਨ। ਠੀਕ ਹੈ, ਇਹ ਤੁਹਾਨੂੰ ਆਉਣਾ ਚਾਹੀਦਾ ਹੈ। ਨਿਕਟੀਕਰਨ ਦਾ ਮਤਲਬ ਹੁੰਦਾ ਹੈ ਰਾਉਂਡਿੰਗ ਆਫ, ਯਾਨੀ ਕਿ ਕਿਸੇ ਵੀ ਨੰਬਰ ਨੂੰ ਉਹਦੇ ਨੀਅਰੈਸਟ 10s 100 ਜਾਂ ਫਿਰ 1000 ਤੱਕ ਅਸੀਂ ਉਹਨੂੰ ਕੀ ਹੈ ਰਾਉਂਡ ਆਫ ਕਰਦੇ ਹਾਂ, ਯਾਨੀ ਕਿ ਨਿਕਟੀਕਰਨ ਕਰਦੇ ਹਾਂ। ਠੀਕ ਹੈ, ਕਿਵੇਂ ਕਰਦੇ ਸੀ ਸ਼ਾਇਦ ਤੁਹਾਨੂੰ ਯਾਦ ਹੋਵੇਗਾ। ਅਸੀਂ ਕੁਝ ਇਸ ਤਰੀਕੇ ਨਾਲ ਇੱਕ ਫਿਗਰ ਬਣਾਈ ਸੀ ਜਿਸ ਵਿੱਚ ਅਸੀਂ ਸਪੋਜ਼ ਅਸੀਂ 10th ਪਲੇਸ ਤੱਕ ਨਿਕਟੀਕਰਨ ਕਰਨਾ ਹੈ। ਜਿੱਦਾਂ ਮੇਰੇ ਕੋਲ ਵੈਲਿਊ ਹੈ 54। ਠੀਕ ਹੈ, ਤਾਂ 10th ਪਲੇਸ ਤੱਕ ਨਿਕਟੀਕਰਨ ਕਰਨ ਲਈ ਅਸੀਂ ਪਿਆਰੇ ਵਿਦਿਆਰਥੀਓ ਇੱਥੇ ਵਨਸ ਪਲੇਸ ਦਾ ਯਾਨੀ ਕਿ 10th ਤੱਕ ਕਰਨਾ ਹੈ। ਠੀਕ ਹੈ, ਤੇ ਸਾਨੂੰ ਜਿਹੜੀ ਵੈਲਿਊ ਚਾਹੀਦੀ ਹੈ ਉਹ ਵਨਸ ਪਲੇਸ ਦੀ ਚਾਹੀਦੀ ਹੈ ਕਿ ਵਨਸ ਪਲੇਸ ਤੇ ਡਿਜਿਟ ਕਿਹੜਾ ਹੋਏਗਾ ਜੇ 10th ਤੱਕ ਕਰਨਾ ਹੈ। ਠੀਕ ਹੈ, ਤਾਂ ਇੱਥੇ 4 ਹੈ ਤਾਂ obvious ਹੈ ਬੱਚੋ, ਜੇ ਮੰਨ ਲਓ ਤੁਸੀਂ ਇਸ ਚੜ੍ਹਾਈ ਦੇ ਉੱਪਰ ਚੜ੍ਹਦੇ ਹੋ, ਜੇ ਤੁਸੀਂ 4 ਤੇ ਖੜੇ ਹੋ, ਮੰਨ ਲਓ ਆ ਤੁਹਾਡਾ 4 ਹੈ ਤੇ ਜੇ ਤੁਸੀਂ 4 ਤੇ ਖੜੇ ਹੋ ਤਾਂ ਸਟੂਡੈਂਟਸ ਕੀ ਹੋਏਗਾ, ਤੁਸੀਂ ਬੈਕਵਰਡ 0 ਵੱਲ ਨੂੰ ਆਉਂਗੇ। ਠੀਕ ਹੈ, ਕਿੱਧਰ ਨੂੰ ਆਉਂਗੇ 0 ਵੱਲ ਨੂੰ ਆਉਂਗੇ। ਇਹਦਾ ਮਤਲਬ 54 ਦਾ ਨਿਕਟੀਕਰਨ ਜਿਹੜਾ ਹੈ ਉਹ ਕਿੰਨਾ ਹੋਏਗਾ 50 ਹੋਏਗਾ। ਠੀਕ ਹੈ, ਇਦਾਂ ਹੀ 51 ਦਾ ਨਿਕਟੀਕਰਨ ਵੀ 50 ਹੋਏਗਾ, 52 ਦਾ ਨਿਕਟੀਕਰਨ ਵੀ ਕਿੰਨਾ ਹੋਏਗਾ 50, 53 ਦਾ ਵੀ 54 ਦਾ ਵੀ। ਵਨਸ ਪਲੇਸ ਦਾ ਡਿਜਿਟ ਤੁਸੀਂ ਦੇਖ ਲੈਣਾ ਹੁੰਦਾ ਹੈ। ਤੇ ਜੇਕਰ 55 ਦਾ ਹੋਏਗਾ ਤਾਂ ਬੱਚੋ ਇਹ ਸਟੇਬਲ ਸਟੇਟ ਆ ਗਈ। ਇਹਦਾ ਮਤਲਬ ਤੁਸੀਂ ਕੀ ਆ ਕਿੱਧਰ ਨੂੰ ਜਾਓਗੇ ਅੱਗੇ ਵੱਲ ਵਧੋਗੇ। ਇਟ ਮੀਨਸ 10th ਪਲੇਸ ਤੇ 1 ਐਡ ਹੋ ਜਾਏਗਾ, ਯਾਨੀ ਕਿ 55 ਦਾ ਨਿਕਟੀਕਰਨ ਜਿਹੜਾ ਹੈ ਵਨਸ ਪਲੇਸ ਨੂੰ 0 ਹੀ ਕਰ ਦੇਣਾ ਹੈ। ਠੀਕ ਹੈ, ਵਨਸ ਪਲੇਸ ਨੂੰ ਕੀ ਕਰਨਾ ਹੈ 0 ਹੀ ਕਰਨਾ ਹੁੰਦਾ ਹੈ ਹਮੇਸ਼ਾ। ਓਕੇ, ਜਿੱਦਾਂ ਇਹਦੇ ਵਿੱਚ ਕੀਤਾ, ਪਰ ਜਿਹੜੀ 10th ਪਲੇਸ ਹੋਏਗੀ ਉਹਦੇ ਵਿੱਚ ਕਿਉਂਕਿ ਵਨਸ ਪਲੇਸ ਤੇ 5 ਹੈ ਤਾਂ 10th ਪਲੇਸ ਤੇ ਬੱਚੋ ਫਿਰ ਇੱਕ ਐਡ ਹੋ ਜਾਣਾ ਹੈ। ਕਹਿਣ ਦਾ ਮਤਲਬ ਹੈ ਕਿ ਇਹ 60 ਹੋ ਜਾਏਗਾ। ਇਦਾਂ ਅਗਰ ਤੁਹਾਡੇ ਕੋਲ ਇਹ 56 ਹੁੰਦਾ ਤਾਂ ਹੁਣ ਇਹ ਵੀ ਜੇਕਰ ਹੁਣ ਤੁਹਾਡੀ ਮੰਨ ਲਓ ਤੁਸੀਂ ਇੱਥੇ ਖੜੇ ਹੋ ਤਾਂ obvious ਹੈ ਤੁਸੀਂ ਨੀਚੇ ਨੂੰ ਆਓਗੇ। ਠੀਕ ਹੈ, ਜਾਂ ਤੁਹਾਡੇ ਕੋਲ ਕੋਈ ਕਾਰ ਹੈ ਤੁਸੀਂ ਉਹਨੂੰ ਰਿਲੀਜ਼ ਕਰਦੇ ਹੋ ਤਾਂ ਉਹ ਨੀਚੇ ਨੂੰ ਹੀ ਆਏਗੀ, 10 ਵੱਲ ਨੂੰ ਵਧੇਗੀ ਨਾ ਕਿ 0 ਵੱਲ ਨੂੰ। ਤਾਂ ਇਹਦਾ ਮਤਲਬ ਇੱਥੇ 6 ਦੀ ਜਗ੍ਹਾ ਕੀ ਆ ਜਾਣਾ 0 ਔਰ 5 ਦੀ ਜਗ੍ਹਾ ਕੀ ਆ ਜਾਏਗਾ 60। ਠੀਕ ਹੈ, ਮਤਲਬ 6, ਤਾਂ ਇਹਦਾ ਮਤਲਬ 56 ਦਾ ਨਿਕਟੀਕਰਨ 10th ਪਲੇਸ ਤੱਕ ਕਿੰਨਾ ਹੋ ਗਿਆ 60 ਹੋ ਗਿਆ। ਇਦਾਂ ਹੀ ਅਗਰ 57 ਹੈ 58 ਹੈ 59 ਹੈ ਤਾਂ ਸਾਰਿਆਂ ਦਾ ਨਿਕਟੀਕਰਨ ਜਿਹੜਾ ਹੈ ਉਹ 60 ਹੋਏਗਾ। ਇਹਦਾ ਮਤਲਬ ਤੁਸੀਂ ਇਹ ਸਿੱਖ ਲਿਆ ਕਿ ਜੇਕਰ ਅਸੀਂ 10th ਪਲੇਸ ਤੱਕ ਨਿਕਟੀਕਰਨ ਕਰਨਾ ਹੁੰਦਾ ਹੈ ਤਾਂ ਉਹਦੇ ਲਈ ਅਸੀਂ ਵਨਸ ਪਲੇਸ ਯਾਨੀ ਕਿ ਇਕਾਈ ਅੰਕ ਨੂੰ ਦੇਖਦੇ ਹਾਂ। ਤੇ ਇਕਾਈ ਅੰਕ ਜੇਕਰ 1 2 3 ਜਾਂ 4 ਹੈ, ਠੀਕ ਹੈ, ਤਾਂ ਤੁਸੀਂ ਸਿਰਫ ਇਕਾਈ ਅੰਕ ਦੀ ਜਗ੍ਹਾ 0 ਲਗਾ ਦੇਣੀ ਹੈ। ਓਕੇ, ਤੇ ਅਗਰ ਉਹ ਇਕਾਈ ਅੰਕ 5 6 7 8 9 ਠੀਕ ਹੈ, ਯਾਨੀ ਕਿ ਵਨਸ ਪਲੇਸ ਤੇ 5 6 7 8 9 ਹੈ ਤਾਂ ਬੱਚੋ ਤੁਸੀਂ ਵਨਸ ਪਲੇਸ ਨੂੰ 0 ਤੱਕ ਕਰਨਾ ਹੀ ਕਰਨਾ ਹੈ। ਪਰ ਜਿਹੜੀ 10th ਪਲੇਸ ਹੋਏਗੀ ਉਹਦੇ ਵਿੱਚ ਇੱਕ ਜੋੜ ਵੀ ਦੇਣਾ ਹੈ, ਕਿਉਂਕਿ ਇੱਥੇ 0 ਦੀ ਜਗ੍ਹਾ ਇੱਥੇ 0 ਸੀ ਨਾ, ਇੱਥੇ 0 ਦੀ ਜਗ੍ਹਾ 10 ਆ ਚੁੱਕਾ ਹੈ ਤਾਂ ਵਨਸ ਪਲੇਸ ਤੇ ਵੀ ਇੱਕ ਡਿਜਿਟ ਵੱਧ ਗਿਆ ਹੈ। ਠੀਕ ਹੈ, ਤਾਂ ਇਹ ਕੀ ਆ ਜਾਏਗਾ ਫਿਰ ਉਹ ਇੱਕ 10th ਪਲੇਸ ਦੇ ਵਿੱਚ ਇੱਕ ਐਡ ਹੋ ਜਾਏਗਾ। ਇੱਦਾਂ ਦੇਖੋ 99 ਹੈ ਤਾਂ ਤੁਹਾਨੂੰ ਪਤਾ ਹੀ ਹੈ ਕਿ 99 ਅਗਰ ਤੁਸੀਂ ਇਹਨੂੰ 100 ਪਲੇਸ ਤੱਕ ਜਿਹੜਾ ਹੈ ਰਾਉਂਡ ਆਫ ਕਰਨਾ ਹੈ ਤਾਂ ਆਟੋਮੈਟਿਕਲੀ ਬੱਚੋ ਇਹ ਕਿੰਨਾ ਹੈ ਮਤਲਬ 10th ਪਲੇਸ ਤੱਕ ਹੀ ਹੋਣਾ ਹੈ ਵੀ, ਤੇ 100 ਦੇ ਇਕੁਅਲੈਂਟ ਹੀ ਹੋਏਗਾ, ਯਾਨੀ ਕਿ 99 ਜਿਹੜਾ ਹੈ 100 ਦੇ ਕਲੋਜ਼ ਹੈ ਨਾ ਕਿ 90 ਦੇ ਕਲੋਜ਼। ਠੀਕ ਹੈ, ਜਿਹੜਾ 91 ਹੈ ਉਹ ਕਿਹਦੇ ਕਲੋਜ਼ ਹੈ ਉਹ 90 ਦੇ ਕਲੋਜ਼ ਹੈ। ਠੀਕ ਹੈ, ਤਾਂ ਇਦਾਂ ਹੀ 92 ਹੈ ਉਹ ਕਿਹਦੇ ਨੇੜੇ ਹੈ 90 ਦੇ ਨੇੜੇ। 93 ਜਿਹੜਾ ਹੈ ਉਹ ਕਿਹਦੇ ਨੇੜੇ ਹੈ 90 ਦੇ ਨੇੜੇ। 94 ਜਿਹੜਾ ਹੈ ਉਹ 90 ਦੇ ਨੇੜੇ ਹੈ। ਸਿਮਿਲਰਲੀ 95 ਹੁਣ 5 ਆ ਗਿਆ ਤਾਂ ਵਨਸ ਪਲੇਸ ਤੇ 5 ਹੈ ਤਾਂ ਇਹ 100 ਦੇ ਨੇੜੇ ਹੋਇਆ। 96 97 98 99 ਇਹ ਸਾਰੇ ਦੇ ਸਾਰੇ 100 ਦੇ ਨੇੜੇ ਹੋਣਗੇ ਤਾਂ ਇੱਥੇ 100 ਆਏਗਾ। ਓਕੇ, ਤਾਂ ਇਹ ਬੇਸਿਕ ਕਨਸੈਪਟ ਹੈ, ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ। ਓਕੇ ਜੀ, ਤਾਂ ਇਹਦੇ ਨਾਲ ਹੀ ਅਸੀਂ ਸਾਡਾ ਜਿਹੜੀ ਐਕਸਰਸਾਈਜ਼ ਹੈ
ਅੱਜ ਦੀ ਉਹ ਅਸੀਂ ਕਰਾਂਗੇ ਐਕਸਰਸਾਈਜ਼ ਦਾ ਨਾਮ ਕੀ ਹੈ ਉਹ ਨੋਟ ਕਰ ਲਓ। ਇਹ ਸਮ ਜਿਹੜੇ ਨੇ ਇਹ ਐਕਚੁਅਲ ਦੇ ਵਿੱਚ ਪਰਸੈਂਟੇਜ ਦੀ ਐਸਟੀਮੇਸ਼ਨ ਨਾਲ ਰਿਲੇਟਡ ਹਨ। ਠੀਕ ਹੈ ਕਿ ਜਦੋਂ ਤੁਸੀਂ ਪਰਸੈਂਟੇਜ ਫਾइंड आउट करनी है ठीक है ਤਾਂ ਉਹਦੀ ਐਸਟੀਮੇਸ਼ਨ ਜਿਹੜੀ ਹੈ ਯਾਨੀ ਕਿ ਅੰਦਾਜ਼ਨ ਪ੍ਰਤੀਸ਼ਤ ਜਿਹੜਾ ਹੈ ਅਸੀਂ ਪਤਾ ਕਰਨੇ ਹਨ। ਇਸ ਵਿੱਚ ਸਵਾਲ ਜਿਹੜੇ ਉਹ ਸਾਰੇ ਇਹਦੇ ਰਿਲੇਟਡ ਹੋਣਗੇ। ਦੋ ਹੀ ਸਮ ਹਨ 7.3 ਐਕਸਰਸਾਈਜ਼ ਦੇ। तो सब तो पहला ਜਿਹੜਾ ਸਮ ਹੈ ਤੁਹਾਡੀ ਸਕਰੀਨ ਤੇ ਫਲੈਸ਼ ਹੋ ਰਿਹਾ ਹੁਣ ਇਹ ਹੈ ਕਿ let your bill in a shop is ਤੁਸੀਂ ਕਿਤੇ ਦੁਕਾਨ ਤੇ ਗਏ ਤੁਹਾਡੀ ਦੁਕਾਨ ਤੇ ਜਿਹੜਾ ਬਿੱਲ ਬਣਿਆ ਬਿੱਲ ਸਮਝਦੇ ਹੋ ਬਿੱਲ ਦੀ ਰਾਸ਼ੀ ਜਿਹੜੀ ਸੀ ਠੀਕ ਹੈ ਤੁਸੀਂ ਕੋਈ ਖਰੀਦਦਾਰੀ ਕੀਤੀ ਤੇ ਉਹਦਾ ਬਿੱਲ ਜਿਹੜਾ ਹੈ ਉਹ ਬਣ ਗਿਆ ਜੀ ਕਿੰਨੇ ਰੁਪੀਸ ਬਣ ਗਿਆ 598 रुपए ਤੇ 80 पैसे ठीक है बिल ਦੀ ਅਮਾਉਂਟ ਜਿਹੜੀ ਹੈ ਉਹ ਕਿੰਨੀ ਬਣ ਗਈ 598 रुपए 80 पैसे ठीक है। तो ਤੁਸੀਂ ਇੱਥੇ ਲਿਖੋਗੇ ਕਿ ਦਾ ਅਮਾਉਂਟ ਆਫ ਬਿੱਲ ਜਿਹੜੇ ਇੰਗਲਿਸ਼ ਮੀਡੀਅਮ ਵਾਲੇ ਬੱਚੇ ਨੇ ਉਹ ਕੀ ਲਿਖਣਗੇ ਅਮਾਉਂਟ ਆਫ ਬਿੱਲ ਉਹ ਬਿੱਲ ਦੀ ਅਮਾਉਂਟ ਤੁਹਾਨੂੰ ਆ ਦੇਖੀ ਦਿੱਤੀ ਠੀਕ ਹੈ ਇਹਦੇ ਇਕੁਅਲ ਆਏਗੀ ਓਕੇ। ਤੇ ਹੁਣ ਬੱਚੋ ਦੇਖੋ ਹੁਣ ਤੁਸੀਂ ਦੁਕਾਨਦਾਰ ਨੂੰ ਕਿੰਨੇ ਪੈਸੇ ਦੋਗੇ ਤੁਹਾਡੇ ਸਾਹਮਣੇ ਹੀ ਹੈ ਦੇਖੋ 598 रुपए 80 पैसे ਇੰਨੇ 598 रुपए ਤੁਹਾਡੇ ਕੋਲ ਸ਼ਾਇਦ ਨਾ ਹੋਣ ਪਰ ਤੁਹਾਡੇ ਕੋਲ 500 ਦਾ ਇੱਕ ਨੋਟ ਤੇ ਇੱਕ 600 100 ਦਾ ਨੋਟ ਜ਼ਰੂਰ ਹੋਏਗਾ ਤੇ 600 ਰੁਪਇਆ ਤੁਸੀਂ ਦੁਕਾਨਦਾਰ ਨੂੰ ਦੋਗੇ ਤਾਂ ਇਹਦਾ ਮਤਲਬ ਦੁਕਾਨਦਾਰ ਵੀ ਕਹੂਗਾ ਉਹਦੀ ਮਰਜ਼ੀ ਹੈ ਤੁਹਾਨੂੰ ਇੱਕ ਜਿਹੜੇ 2 ਰੁਪਏ ਤਾਂ ਦੇ ਵਿੱਚ 1 ਰੁਪਏ ਦਾ 20 ਪੈਸੇ ਜਿਹੜੇ ਆ ਜਾਂ ਤਾਂ ਉਹ ਮੋੜ ਦਊਗਾ ਜਾਂ ਫਿਰ ਉਹ ਕੀ ਕਰੂਗਾ ਕਹਿਣਾ ਵੀ ਚਲੋ 600 ਰੁਪਇਆ ਹੀ ਦੇ ਦਿਓ ਤੁਹਾਨੂੰ ਰਾਉਂਡ ਆਫ ਕਰਕੇ ਕਹਿਣਾ ਮੇਰੇ ਕੋਲ ਵੀ ਹੈ ਨਹੀਂਗੇ ਤਾਂ ਉਹਨੂੰ ਰਾਉਂਡ ਆਫ ਕਰ ਦੇਣਾ। ਤਾਂ ਇੱਥੇ ਕੀ ਹੈ ਸਭ ਤੋਂ ਪਹਿਲਾਂ ਤੁਸੀਂ 598 रुपए 80 पैसे ਦਾ ਨਿਕਟੀਕਰਨ ਕਰਨਾ ਹੈ ਠੀਕ ਹੈ ਕੀ ਕਰਨਾ ਹੈ ਨਿਕਟੀਕਰਨ ਕਰਨਾ ਹੈ यानी कि ਜਦੋਂ ਇਹਦਾ ਨਿਕਟੀਕਰਨ ਕਰੋਗੇ ਇਟ ਮੀਨਸ ਨੀਅਰੈਸਟ ਟੈਂਸ ਠੀਕ ਹੈ ਇੱਥੇ ਤੁਸੀਂ ਲਿਖੋਗੇ ਦੀ ਨੀਅਰੈਸਟ ਦੀ ਲਿਖਣਾ ਇੱਥੇ ਦੀ ਨੀਅਰੈਸਟ ਟੈਂਸ ਆਫ टेंस इदा लिखना है TENS टेंस ऑफ 598 रुपीज 80 पैसे दैट इज इक्वल टू ये इक्वल आएगा बच्चों दिस विल बी इक्वल टू 600 रुपीज ठीक है। देखो दोनों मीडियम च लिख देता तो टाइम भी मिल गया जिन पंजाबी च लिखना उन्होंने पंजाबी च लिख के उन्होंने समझ लेना उन्नी देर जिन इंग्लिश च लिखना वो मैं लिख देता। नाउ अगे की है कि शॉपकीपर गिव्स दी डिस्काउंट ऑफ कितना डिस्काउंट दे रहा उन्होंने 20% का। अगली गल ये भी है कि ਉਹਨੂੰ ਹੁਣ ਕੀ ਹੈ ਡਿਸਕਾਊਂਟ ਵੀ ਦੇ ਰਿਹਾ ਉਹ ਕਿੰਨਾ ਦੇ ਰਿਹਾ 20% ਦਾ ਠੀਕ ਹੈ। ਦੇਖੋ ਹੁਣ ਡਿਸਕਾਊਂਟ ਵਾਲੇ ਤੁਸੀਂ ਪੜ੍ਹੇ ਸੀ ਕੁਐਸਚਨ ਕਟੌਤੀ ਡਿਸਕਾਊਂਟ ਨੂੰ ਕੀ ਕਹਿੰਦੇ ਹਨ ਕਟੌਤੀ ਯਾਨੀ ਕਿ ਉਹਨਾਂ ਨੂੰ ਕਟੌਤੀ ਕਿੰਨੀ ਮਿਲ ਗਈ ਜੀ ਕਟੌਤੀ ਦੀ ਪ੍ਰਤੀਸ਼ਤ ਦਿੱਤੀ ਹੋਈ ਹੈ ਦੀ ਪਰਸੈਂਟੇਜ ਠੀਕ ਹੈ यानी कि परसेंटेज ऑफ डिस्काउंट कितना है जी वो हैगा 20% ठीक है कितना है 20%। तो डिस्काउंट किदा कढ़दे हैं असीं वो तुसीं पढ़िया सी डिस्काउंट कढ़न दा तरीका की है कटौती इत्थे उपर लिखना है कटौती दी परसेंटेज और कटौती कितनी होगी 20% ऑफ किहदा है बच्चों जो अमाउंट है अमाउंट कितनी है हुण 600 रुपए अमाउंट आप मान के चलनी है ठीक है 20/100 ऑफ दा मतलब मल्टीप्लीकेशन ठीक है तो 600 आना तुसीं की लिखना राशि दा 20% ठीक है राशि का 20% और रह गया मेरे को तुसीं इत्थे हुण लिख लेना तो 2 0 2 0 कट गए 6 दूनी 12 यानी कि बन गया बच्चों 120 रुपए ठीक है। तो एस्टीमेटेड बिल जिहड़ा है वो कितना बन गया हुण एस्टीमेटेड जो तुसीं फाइंड आउट करना सी एस्टीमेटेड बिल अमाउंट टू पे ठीक है टू पे वो कितना होएगा बच्चों कितना सी 600 रुपए माइनस 120 रुपए दोनों नूं जदों तुसीं माइनस कीता ते 480 रुपए ठीक है किन्ने आ गए 480 रुपए जिहड़ा आ वो एस्टीमेटेड अमाउंट जिहड़ी आ होएगी मतलब कि तुसीं इत्थे जिहड़ा बिल दी राशि है जिन्ना बिल देना है वो 480 रुपए होवेगा ठीक है। तो इस तरह करना है इनू एक्चुअल दे विच तुसीं पहला उहदा की करना है निकटीकरण करना है निकटीकरण का मतलब राउंड ऑफ करना है वैल्यू नू जिहड़ी भी वैल्यू ये नहीं कि कली यही है डिस्काउंट अगर डिस्काउंट का सीधा ही देखो 120 रुपए आया ना तो 120 ऑलरेडी राउंडेड आ ठीक है राउंड ऑफ आ करना असीं टेंस तक ही है राउंड ऑफ पहले ही आ इस करके इनू राउंड ऑफ करन दी लोड़ नहीं कि 120 नूं हुण ये नहीं कहना 100 मान लेना 120 जे 121 हुंदा फिर वो 120 मनना सी
जे 122 हुंदा फिर जिथे 122 आंसर आंदा फिर आपां 120 मनना सी। समझ आई गल? ठीक है। इदां जे 125 हुंदा फिर असीं 130 मनना सी। जे 126 हुंदा फिर भी 130 मनना सी। ओके, तो इस तरीके नाल राउंड ऑफ करके फिर उहदे विचों माइनस कर देना हुंदा है। फाइन जी। तो आओ बच्चों हुण अगला सामे दे नाल दा ही है। एस्टीमेट दी बिल अमाउंट इफ बिल इज 378 रुपीज़। ठीक है, बिल कितना है, कितना बिल है जी, जेकर बिल जिहड़ा तुहानूं जिहड़ा बिल दिता है इत्थे बिल दी अमाउंट है, तुसीं इत्थे लिख लेना बिल। ठीक है, नाल इंग्लिश विच भी इत्थे लिख लिया अमाउंट ऑफ बिल कितनी है 378 रुपीज़। ठीक है, हुण देखो 378 इहनूं भी वंस प्लेस तक ही तुसीं राउंड ऑफ करना है, टेंथ प्लेस तक सॉरी। तो वंस डिजिट देखांगे जो कि आ गया 8 8 5 तो की है वड्डा, ਇਹਦਾ मतलब ਜਿਹੜੀ अगली वैल्यू है टेंथ प्लेस की ਉਹਨੂੰ एक ਵਧਾ देना। तो ये कितना बन जाएगा, फिर कितना हो जाएगा 380 रुपए। आई गल समझ? 378 के नेड़े है 380 दे, तो राउंड ऑफ करके 380 रुपए हो गया। मतलब ये एक्चुअल ਦੇ ਵਿੱਚ ਇਹ ਹੈਗਾ कि ਅਸੀਂ अंदाजा लगा रहे हैं। ठीक है, तो इत्थे ਤੁਸੀਂ लिखोगे इट्स नियरेस्ट टेंस। ठीक है, ये 378 रुपए दा निकटीकरण इकाई अंक दहाई अंक तक निकटीकरण तुसीं इदां लिखोगे दा दहाई तक निकटीकरण। ओके, तो 380 रुपए हो गया। क्लियर जी। तो डिस्काउंट कितना है बच्चों, डिस्काउंट जिहड़ी डिस्काउंट दी हुण परसेंटेज दित्ती है, डिस्काउंट परसेंटेज कितना है 15%। ठीक है, इक्वल टू 15% ऑफ किहदा है जिहड़ी नियरेस्ट वैल्यू है यानी कि राउंडेड वैल्यू। ठीक है, राउंडेड अमाउंट। ओके, तो ਇਹਦੇ ਵਿੱਚ ਤੁਸੀਂ ਕੀ ਲਿਖੋਗੇ, डिस्काउंट ਦਾ मतलब की है, एक मिनट सॉरी डिस्काउंट इतने सीधा ही लिखना, वेट करना, इनू सीधा ही तुम 15% लिख लेना। डिस्काउंट परसेंट ही कितनी है 15%, यानी कि तुम लिखोगे कटौती दी प्रतिशत कितनी है 15%। ठीक है, नाउ डिस्काउंट फाइंड आउट करना, डिस्काउंट कितना निकलता होंगे 15% ऑफ, सीधा लिख लियो 380 रुपीज़, बाकी लिखने की लोड़ नहीं। डिस्काउंट का मतलब कटौती, कटौती हुई कितनी, ऊपर परसेंटेज लिखा थले कटौती लिखा। ठीक है, तो कटौती कितना आ गया 380 रुपए का 15%। तो 15% यानी कि 15/100 इंटू 380, जीरो ना जीरो कट जाने आ। ओके, जीरो ना जीरो तुसीं कट देने, तो उस तो बाद 5 दूनी बच्चों 10 हो गए, 5 तीए 15 हो गए, 19 दूना 38 हो गए, 19 ते 57 भी हो गए, तो 57 रुपए जिहड़े आ वो डिस्काउंट हो गया। 57 रुपए की हो गया डिस्काउंट हो गया। तो प्यारे विद्यार्थियों हुण 57 भी राउंडेड ऑफ थोड़ी है, इनू भी राउंड ऑफ करांगे, तो 57 का राउंड ऑफ कितना होएगा तुसीं आप अंदाजा लगाओ। 57 किहदे नेड़े है, देखो 60 के नेड़े नहीं। ठीक है, 60 के नेड़े होया, तो यदा मतलब राउंड ऑफ करके कितना हो गया 60 हो गया। क्लीयर, तो यदा मतलब तुसीं हुण इत्थे लिखना किद्दां है, अगे अगला इहदे विच लिखना कि इट्स जिद्दां इहदे विच लिखिया सी कि 60 का, मेरे को जगह थोड़ी है 60 सॉरी 57 का रुपीज़ 57 का दहाई तक की आएगा निकटीकरण। ठीक है, दो लैंग्वेज लिखना पिछे बहुत मुश्किल होंदा, थोड़े सामने है देखो डबल लैंग्वेज करना पै रहा। ठीक है, पर फिर भी मैं कभी हिम्मत नहीं हारी सिर्फ तुहाडे लई। तो ये 57 का दहाई तक निकटीकरण है। ओके, 60 है, तो तुसीं इत्थे लिखोगे कि इट्स इदां लिख लो, इट्स नियरेस्ट 10 इज कितना आ गया ₹60। ठीक है, नाउ बिल अमाउंट कितनी आ जानी है बच्चों, वो कितना लिखोगे, बिल अमाउंट विल बी इक्वल टू रुपीज़ किन्ने सी 380 माइनस रुपीज़ किन्ने माइनस हो गए 60, माइनस करके तुहाडा आंसर आ जाएगा 320। तो 320 रुपीज़ जिहड़े आ तुसीं बिल जिहड़ा आ दुकानदार ने कहना तुसीं इन्ना दे दो डिस्काउंट देने तो बाद, राउंड ऑफ करन तो बाद। तो ये अंदाजन है, ये एग्जैक्ट बिल नहीं हुंदा, ये अंदाजन हुंदा, अंदाजा लगाया कि 320 रुपए बनने तुहाडे।
ठीक है, समझे मेरी गल कि जो दुकान ते जाने ਉਹਦੀ अमाउंट जे तुसी अंदाजा ही लगाना है कि अच्छा किन्ना क बिल बन गया, हो सकदा ਉਹ ਤੁਹਾਨੂੰ ਉਹੀ ਉਹਦੇ ਹਿਸਾਬ ਨਾਲ ਹੀ डिस्काउंट करे। ਉਹਨੂੰ ਕੀ ਲੋੜ ਪਈ ਹੈ 3 ਰੁਪਏ ਦਾ ਘਾਟਾ ਖਾਣ ਦੀ, ਹੈ ਨਾ, डिस्काउंट करके ਤਾਂ ਤੁਹਾਨੂੰ 60 ਰੁਪਏ डिस्काउंट ਦੇ ਰਿਹਾ, 3 ਰੁਪਏ ਦਾ ਉਹਨੂੰ ਇੱਥੇ ਵੀ ਘਾਟਾ ਪੈ ਗਿਆ। तो ਇਹ ਸਿਰਫ ਇੱਕ ਅੰਦਾਜ਼ਾ ਹੈ ਕਿ ਤੁਹਾਨੂੰ ਇੰਨੇ ਕੁ ਦੀ ਚੀਜ਼ ਪੈਣੀ ਹੈ। आई गल समझ? तो ये अंदाजन होंगे हैं, तां ही इस दा नाम सी, इस टॉपिक का नाम सी की सीगा एस्टीमेशन, परसेंटेज डिस्काउंट एस्टीमेशन, यानी कि प्रतिशत की गणना करना डिस्काउंट कितना मिल रहा। ठीक है, तो ये चीज़ है जी। ठीक है, वैसे हुण इधर बिल वधा भी दिता है, 378 तो 380 रुपए कर दिता। ठीक है, उत्ते फिर डिस्काउंट मिल गया, वो आलमोस्ट उत्थे की गल चल जाती, पर पॉइंटां दे विच फर्क हुंदा है थोड़ा। ठीक है, तो ये अंदाजन हुंदा है, ना कि रियल डिस्काउंट या रियल अमाउंट। ठीक है, इसदा मतलब ये नहीं है कि 378 रुपए ते जे 20% डिस्काउंट करिए, ठीक है, तुहानूं कितना सीगा 20% सी 15%। मैं वैसे तुहानूं दस्सां ते इहदा आंसर जिहड़ा है एक्चुअल विच कितना आएगा, ਅਸੀਂ ਉਹ भी चैक कर लैंदे आ। 378 रुपए का 15%, ठीक है, वो इदा निकलना 378 रुपए का 15% जिहड़ा है वो बच्चों आएगा, देखो 56 रुपए 7 पैसे 70 पैसे, यानी कि ये डिस्काउंट होया। तो ये 378 ਦੇ ਵਿੱਚੋਂ ਜਦੋਂ ਤੁਸੀਂ माइनस ਕੀਤੇ 56.70, ठीक है, एक ਵਿੱਚੋਂ माइनस करने 378 ਦੇ ਵਿੱਚੋਂ 378 जो माइनस किए तो ये बच्चों पे 321 रुपए 30 पैसे। देखो आ फर्क आ, ये राउंड ऑफ है कि 320 रुपए पैने आ, पर पै किन्ने 321 रुपए 30 पैसे। तो एग्जैक्ट बिल जो कट होना वो पैसे आ, ये सिर्फ असी अंदाजा लगाया कि सानू इन्ने दी चीज़ पाऊगी, क्योंकि डिस्काउंट भी तुहानू पता दुकानों के उपर डिस्काउंट ऑलरेडी लिखे होंगे, पहले ही लिखे होंगे। आई गल समझ? ठीक है, तो इस तरीके असीं करते हैं सामने। क्लीयर जी? इदां ही बच्चों एक एग्जाम्पल हैगी आ, ठीक है, ये फटाफट देख लो हुण तुसीं ते एक्सरसाइज तुहाडी खत्म है। एस्टीमेट दी बिल अमाउंट टू बी पेड इफ, इहदे विच की हैगा बिल कितना हैगा, देखो 669 रुपए 70 पैसे आ, डिस्काउंट 10% आ। पहला तुसीं 669 तुहानूं पता 670 रुपए दे नेड़े होएगा, यही होएगा 670 रुपए का 10%। आ जीरो ना 2 जीरो कट जानियां, 67 रुपए बन गए। 67 का निकटीकरण कितना हो गया 70, नीयरेस्ट होगी 70 हो जाएगा। तो 670 जो 70 माइनस किए, मतलब सानू अंदाजा मिल गया कि 600 रुपए की चीज़ सानू वो पऊगी। ठीक है, उस तो बाद अगला हैगा बिल विच 1008 रुपए आ, 1008 का नीयरेस्ट टेंस कितना होएगा 1010 रुपए, इन्ना ही होएगा। वह 10% है, 10% तुसीं कढ़ लिया तो जीरो ना आ वाली 2 जीरो कट जानी, 101 रुपए। 101 का नीयरेस्ट किहड़ा होया 100 रुपए। ठीक है, तो 100 माइनस कर देते तो 1010 विचों 100 रुपए माइनस किए 910 रुपए का तुसीं अंदाजा लगा लिया कि सानू वो चीज़ जिहड़ी है 910 रुपए की पवेगी। ओके, तो दिस इज ऑल अबाउट प्यारे विद्यार्थियों जिहड़ी एक्सरसाइज नंबर 7.3 है। ठीक है, तो ये सारी असीं कर ली है, इनू हुण सारे बच्चों ने रिवाइज कर लेना। 2 ही सामन, तीजी एग्जाम्पल है, चंगी तरह कर लईओ। नीयरेस्ट जिहड़ा है वो चंगी तरह तुहानूं आउणा चाहीदा है। ठीक है, इस वीडियो को ज़्यादा तो ज़्यादा शेयर करियो, लाइक करियो ते कमेंट जरूर करके दसियो तुहानूं वीडियो किवें लगी। थैंक यू वेरी मच। वीडियो नहीं है एक्चुअल विच लैक्चर है बच्चों, मैथ है, समझण वाला है कि तुहानूं समझ आया कि नहीं आया, ये लिखना हुंदा है। ठीक है, थैंक यू।